ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 115ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਸੰਤ ਕੀ ਧੂਰ ਮਿਟੇ ਅਗ ਕੋਟ, संत प्रसाद जन्म मरण ते छोट। संत का दर्श पूरन स्नान, संत कृपा ते जपिए नाम रहाओ। संत के संग मिटया अहंकार, दृष्टि आवे सब एक अंकार। संत सो प्रसन्न आए बस पंचा, अमृत नाम हृदय लय संचा। कौन नानक जाका पूरा करम, तिस भेटे साधु के चरण। संत सो प्रसन्न आए बस पंचा, अमृत नाम हृदय लय संचा। कौन नानक जाका पूरा करम, तिस भेटे साधु के चरण। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜੋ ਗੁਰਮੁਖ ਸਾਸ ਗਰਾਸ ਭਾਵ ਆਪਣਾ ਦਿਲ ਲਾ ਕੇ ਸੁਰਤ ਲਾ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣ ਵਾਲੇ ਹਨ ਅਤੇ ਸਤ ਸੰਗਤ ਦੀ ਚਰਨ ਧੂੜੀ ਲੈਂਦੇ ਹਨ, ਭਾਵ ਸਤ ਸੰਗਤ ਦਾ ਸਾਥ ਕਰਦੇ ਹਨ। ਉਹਨਾਂ ਦੇ ਅਨੇਕਾਂ ਮਨੁੱਖਾਂ ਦੇ ਲੱਖਾਂ, ਇਸ ਤਰ੍ਹਾਂ ਦੇ ਅਨੇਕਾਂ ਗੁਰਮੁਖਾਂ ਦੇ ਲੱਖਾਂ ਤੇ ਕਰੋੜਾਂ ਪਾਪ ਖਤਮ ਹੋ ਜਾਂਦੇ ਹਨ ਜੀ। ਭਾਵ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਕੇ ਗੁਰਮਤਿ ਨੂੰ ਅਪਣਾਉਂਦੇ ਹਨ, ਉਹਨਾਂ ਨੂੰ ਉਹਨਾਂ ਦੇ ਸਾਰੇ ਵਿਕਾਰ ਖਤਮ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੀ ਕਿਰਪਾ ਨਾਲ ਉਹਨਾਂ ਨੂੰ ਜਨਮ ਮਰਨ ਵਾਲੇ ਗੇੜ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੀ। ਭਾਵ ਉਹ ਆਪਣਾ ਮਨ ਤਨ ਉਸ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲਾਉਂਦੇ ਹਨ ਕਿ ਉਹਨਾਂ ਨੂੰ ਜਨਮ ਮਰਨ ਦੇ ਡਰ ਨਹੀਂ ਲੱਗਦਾ ਅਤੇ ਉਹਨਾਂ ਦੇ ਤ੍ਰਿਪਤੀ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਜਿਹੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤਾਂ ਦਾ ਦਰਸ਼ਨ ਪੂਰਾ ਤੀਰਥ ਇਸ਼ਨਾਨ ਹੈ ਜੀ। ਭਾਵ ਅਜਿਹੇ ਗੁਰਮੁਖਾਂ ਦਾ ਸਾਥ ਮਾਨੋ ਜਿਸ ਤਰ੍ਹਾਂ ਤੀਰਥਾਂ ਦਾ ਇਸ਼ਨਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਤ ਦੀ ਕਿਰਪਾ ਤੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਜਪਿਆ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਵਾਸਤੇ ਉਸ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਗੁਰਮੁਖ ਉਦਮ ਕਰੇ ਤੇ ਇਹ ਤਾਂ ਹੀ ਮੁਮਕਿਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਤ ਦਾ ਸੰਗ ਪਾ ਕੇ ਜਿਸ ਗੁਰਮੁਖ ਦਾ ਹੰਕਾਰ ਮਿਟ ਗਿਆ ਹੈ ਜੀ, ਉਸ ਨੂੰ ਸਾਰੇ ਪਾਸੇ ਉਹ ਇੱਕ ਓਂਕਾਰ ਹੀ ਦਿਸਦਾ ਹੈ ਜੀ। ਭਾਵ ਉਹ ਸਾਰਿਆਂ ਨੂੰ ਇੱਕ ਸਮਾਨ ਸਮਝਦਾ ਹੈ ਜੀ, ਕਿਉਂਕਿ ਉਸ ਨੂੰ ਇੱਕ ਨਾਲ ਮਿਕ ਹੋ ਗਿਆ ਹੈ। ਭਾਵ ਗੁਰੂ ਦੇ ਹੁਕਮ ਨੂੰ ਸਮਝ ਲੈਂਦਾ ਹੈ ਜੀ ਅਤੇ ਸਾਰਿਆਂ ਦੇ ਅੰਦਰ ਉਸਨੂੰ ਉਹ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਨੂੰ
ਕਿਉਂਕਿ ਹਰ ਇੱਕ ਦੇ ਵਿੱਚ ਇੱਕ ਓਂਕਾਰ ਦਿਸਦਾ ਹੈ ਅਤੇ ਆਪਣੇ ਉਹ ਇੱਕ ਨਾਲ ਵੀ ਜੁੜ ਗਿਆ ਹੈ ਜੀ, ਭਾਵ ਆਪਣੇ ਅੰਦਰ ਦੇ ਨਾਲ ਜੁੜ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਉੱਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਸੰਗਤ ਚੰਗੀ ਤਰ੍ਹਾਂ ਪ੍ਰਸੰਨ ਹੋਏ ਹਨ ਜੀ, ਭਾਵ ਜਿਸ ਗੁਰਮੁਖ ਨੇ ਗੁਰਮਤ ਅਪਣਾਈ ਹੈ ਜੀ, ਉਸ ਦੇ ਪੰਜੇ ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਸਭ ਕੁਝ ਕਾਬੂ ਵਿੱਚ ਆ ਗਏ ਹਨ ਜੀ, ਭਾਵ ਉਹਦੀਆਂ ਤ੍ਰਿਸ਼ਨਾਵਾਂ, ਉਹਦੀਆਂ ਇੱਛਾਵਾਂ ਨੂੰ ਉਸਨੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਆਪਣੇ ਕਾਬੂ ਵਿੱਚ ਕਰ ਲਿਆ ਹੈ ਜੀ, ਅਤੇ ਉਸ ਦਾ ਮਨ ਇਹਨਾਂ ਵੱਲ ਹੁਣ ਨਹੀਂ ਦੌੜਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਗੁਰਮੁਖ ਨੇ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਹਿਰਦੇ ਵਿੱਚ ਇਕੱਠਾ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਦੇ ਮੱਥੇ ਉੱਤੇ ਪੂਰਾ ਭਾਗ ਲਿਖਿਆ ਹੋਇਆ ਹੈ ਜੀ, ਭਾਵ ਜਿਸ ਦੇ ਭਾਗਾਂ ਵਿੱਚ ਹੈ, ਉਸ ਨੂੰ ਹੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤ ਸਾਧੂ ਗੁਰੂਆਂ ਦੇ ਚਰਨ ਪਰਸਣ ਲਈ ਮਿਲੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਸ ਗਿਰਾਸ, ਭਾਵ ਹਰ ਵੇਲੇ ਹਰ ਘੜੀ 'ਚ ਪਰਮੇਸ਼ਰ ਦਾ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਜਪਣ ਵਾਲੇ ਗੁਰਮੁਖ ਰੂਪ ਸੰਤ ਦੀ ਸੰਗਤ ਕਿਰਪਾ ਅਤੇ ਚਰਨ ਧੂੜੀ ਦੀ ਵਡਿਆਈ ਦਾ ਵਰਣਨ ਕੀਤਾ ਹੈ ਜੀ। ਫਿਰ ਗੁਰਮਤਿ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਉਹਨਾਂ ਨੇ ਇਸ ਸੰਤ ਦੇ ਅਰਥ ਕੀਤੇ ਹਨ ਕਿ ਸੰਤ ਦਾ ਮਤਲਬ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤ, ਗੁਰੂ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੀ ਓਟ ਲੈਣੀ ਹੈ ਜੀ, ਜੋ ਕਿ ਸਾਡੀ ਗੁਰਬਾਣੀ ਸਾਨੂੰ ਦੱਸਦੀ ਹੈ ਜੀ। ਸੋ ਸੰਤ ਸ਼ਬਦ ਤੋਂ ਇਹ ਹੀ ਸਪਸ਼ਟ ਹੁੰਦਾ ਹੈ ਕਿ ਸਤਸੰਗਤ ਅਤੇ ਗੁਰਸ਼ਬਦ ਗੁਰਬਾਣੀ ਨਾਮ ਵਾਲਾ ਵਿਅਕਤੀ ਸੱਚਾ ਵਿਅਕਤੀ ਦੇ ਸੰਗ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਜੀ, ਅਤੇ ਆਪ ਵੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਜੀ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਜ 266 'ਤੇ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਜੋ ਕਿ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸਰਨੀ ਕਰੇ। ਸੋ ਸਿਧਾਂਤ ਇਹ ਹੈ ਕਿ ਜੇ ਭਾਗਾਂ ਵਿੱਚ ਹੋਵੇ, ਗੁਰੂ ਦੀ ਕਿਰਪਾ ਹੋਵੇ, ਤੇ ਫਿਰ ਉਸ ਨਾਲ ਹੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਨਾਲ ਸਤਸੰਗਤ ਨਾਲ ਜੁੜਿਆ ਜਾਂਦਾ ਹੈ, ਅਤੇ ਉਸ ਦੀ ਕਿਰਪਾ ਨਾਲ ਹੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਮਨ ਜੁੜਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇ ਕਾਬਲ ਨਾ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।